दोहरा इम निश्चय कर तुरंग दुख। उस घोड़े का दुख इस तरह निश्चय करके उठे गुरु महाराज। महाराज गुरु हरगोबिंद साहब सच्चे पातशाह जी दीवान चों उठे ਹਨ। कौतक करत अनेक विद। मेरे सतगुरु चोजी प्रीतम जी अनेकां तरह ਦੇ ਕੌਤਕ ਕਰਦੇ ਹਨ, ਅਨੇਕਾਂ ਤਰ੍ਹਾਂ ਦੇ ਚੋਜ ਕਰਦੇ ਹਨ। बड़े गरीब नवाज। ਮਹਾਰਾਜ ਗਰੀਬ ਨਿਵਾਜ ਹਨ, ਗਰੀਬਾਂ ਨੂੰ ਨਿਮਾਣਿਆਂ ਨੂੰ ਮਾਣ ਦੇਣ ਵਾਲੇ ਹਨ। ਚੌਪਈ ਜਾਏ ਤੁਰੰਗਮ ਕੋ ਤਬ ਹੇਰਾ। ਜਾ ਕੇ ਦਿਲਬਾਗ ਘੋੜੇ ਨੂੰ ਵੇਖਿਆ ਸਤਿਗੁਰੂ ਜੀ ਨੇ। ਬਹੁਤ ਬੇਲੋਚਨ ਬਾਰ ਬਡੇਰਾ। ਵੇਖਿਆ ਵੀ ਘੋੜੇ ਦੀਆਂ ਅੱਖਾਂ 'ਚੋਂ ਹੰਝੂ ਵਗ ਰਹੇ ਨੇ, ਘੋੜਾ ਰੋ ਰਿਹਾ ਹੈ। ਤੁਤ ਨਹਿ ਦੇਖਤ ਮੁਰਝਾਇਓ। ਔਰ ਬਸ ਬੜਾ ਉਦਾਸ ਜਿਹਾ ਖੜਾ ਹੈ, ਕਿਸੇ ਵੱਲ ਦੇਖਦਾ ਨਹੀਂ, ਖੁਸ਼ ਨਹੀਂ, ਬਲਕਿ ਘੋੜਾ ਮੁਰਝਾਇਆ ਹੋਇਆ ਹੈ। ਤ੍ਰਿਣ ਦਾਨਾ ਈਖਦ ਹੀ ਖਾਇਓ। ਘਾਹ ਪੱਠਾ ਵੀ ਉਹਨੇ ਥੋੜਾ ਹੀ ਖਾਦਾ ਹੈ। ਜੇ ਘੋੜਾ ਖੁਸ਼ ਹੋਵੇ ਘਾਹ ਪੱਠਾ ਰੱਜ ਕੇ ਖਾਂਦਾ। ਘੋੜਿਆਂ ਦੀ ਤਾਂ ਇੰਨੀ ਖੁਰਾਕ ਹੈ, ਬਜ਼ੁਰਗ ਦੱਸਦੇ ਨੇ ਬਈ ਜਿੰਨੀ ਘੋੜੇ ਦੀ ਧੌਣ ਉੱਚੀ ਹੁੰਦੀ ਹੈ, ਘੋੜੇ ਦੇ ਕੰਨ ਉੱਚੇ ਹੁੰਦੇ ਨੇ, ਸਿਰ ਉੱਚਾ ਹੁੰਦਾ ਹੈ, ਐਡੀ ਉੱਚੀ ਪੰਡ ਘਾਹ ਦੀ ਰਾਤ ਨੂੰ ਰੱਖ ਦਿਓ ਤੇ ਸਵੇਰ ਤਾਈਂ ਖਾ ਜਾਂਦਾ, ਸਾਰੀ ਖਾ ਹੀ ਜਾਣਾ, ਰੁਕਣਾ ਹੀ ਨਹੀਂ। ਤੇ ਪਰ ਜੇ ਘੋੜਾ ਦੁਖੀ ਹੋਵੇ ਫਿਰ ਨਹੀਂ ਖਾਂਦਾ। ਹੁਣ ਮਨ ਘੋੜੇ ਦਾ ਦੁਖੀ ਸੀ, ਥੋੜਾ ਹੀ ਘਾਹ ਪੱਠਾ ਖਾਦਾ ਹੈ। ਜੋਧ ਸੰਗ ਤਬ ਗੁਰੂ ਬਖਾਨੀ। ਤੇ ਮਹਾਰਾਜ ਸਾਹਿਬ ਛੇਵੇਂ ਪਾਤਸ਼ਾਹ ਭਾਈ ਜੋਧ ਰਾਏ ਜੀ ਕੋਲ ਖੜੇ ਸਨ। ਉਹਨਾਂ ਨੂੰ ਕਹਿਣ ਲੱਗੇ ਬ੍ਰਿਹੋ ਕੀ ਪੀਰ ਇਸੇ ਹਮ ਜਾਨੀ। ਮਹਾਰਾਜ ਕਹਿੰਦੇ ਦੇਖੋ ਜੋਧ ਰਾਏ ਜੀ, ਇਹ ਘੋੜੇ ਨੂੰ ਵਿਛੋੜੇ ਦੀ ਪੀੜ ਹੈ। ਆਪਣੇ ਸਾਥੀ ਦਾ ਗੁਲਬਾਗ ਘੋੜੇ ਦਾ ਵਿਛੋੜਾ ਇਸ ਦਿਲਬਾਗ ਨੂੰ ਪੈ ਗਿਆ ਹੈ। ਅਪਰ ਨਾ ਤਨ ਮਹਿ ਸੰਕਟ ਕੋਈ। ਹੋਰ ਇਹਨੂੰ ਕੋਈ ਤਕਲੀਫ ਨਹੀਂ, ਹੋਰ ਕੋਈ ਬਿਮਾਰੀ ਨਹੀਂ, ਕੋਈ ਰੋਗ ਨਹੀਂ। ਇਹਨੂੰ ਇੱਕੋ ਹੀ ਦੁੱਖ ਹੈ ਵੀ ਮੇਰਾ ਸਾਥੀ ਮੇਰੇ ਤੋਂ ਵਿਛੜ ਗਿਆ ਹੈ। ਏਕ ਥਾਨ ਬੰਦੇ ਰਹਿ ਦੋਈ। ਕਿਉਂਕਿ ਦਿਲਬਾਗ ਤੇ ਗੁਲਬਾਗ ਦੋਵੇਂ ਘੋੜੇ ਇੱਕੋ ਥਾਂ ਤੇ ਬੱਧੇ ਰਹਿੰਦੇ ਸਨ ਬਾਦਸ਼ਾਹ ਦੀ ਨਿਗਰਾਨੀ ਵਿੱਚ। ਸ੍ਰੀ ਗੁਰ ਬੈਨ ਜੋਧ ਸਨਮਾਨਾ। ਸਤਿਗੁਰਾਂ ਦੇ ਬਚਨ ਸੁਣ ਕੇ ਭਾਈ ਜੋਧ ਨੇ ਗੁਰੂ ਸਾਹਿਬ ਦੇ ਬਚਨਾਂ ਦਾ ਸਨਮਾਨ ਕਰਦਿਆਂ ਹੋਇਆਂ ਨਿਸ਼ਚੈ ਆਪ ਪ੍ਰਥਮ ਹੀ ਜਾਨਾ। ਆਖਿਆ ਸੱਚੇ ਪਾਤਸ਼ਾਹ ਜੀ ਠੀਕ ਹੈ, ਆਪ ਜੀ ਸਹੀ ਸਮਝੇ ਹੋ। ਆਪ ਜੀ ਨੇ ਪਹਿਲਾਂ ਹੀ ਜਾਣ ਲਿਆ ਸੀ ਵੀ ਘੋੜਾ ਆਪਣੇ ਸਾਥੀ ਤੋਂ ਵਿਛੜਨ ਕਰਕੇ ਦੁਖੀ ਹੈ। ਸਰਬ ਸ਼ਕਤ ਕੇ ਮਾਲਿਕ ਰਾਵਰ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਸਰਬ ਸ਼ਕਤੀਮਾਨ ਹੋ, ਸਾਰੀ ਕਲਾ ਦੇ, ਸਾਰੀ ਪਾਵਰ ਦੇ, ਸਾਰੀ ਤਾਕਤ ਦੇ ਮਾਲਕ ਹੋ। ਕਹਿਓ ਜੋ ਤਰਕ ਹੈ ਸੋ ਮਤ ਬਾਵਰ। ਜਿਹੜਾ ਆਪ ਜੀ ਦੇ ਕਹੇ ਬਚਨ ਤੇ ਤਰਕ ਕਰਦਾ ਹੈ, ਸ਼ੰਕਾ ਕਰਦਾ ਹੈ, ਉਹ ਬੁੱਧੀ ਤੋਂ ਹੀਣਾ ਹੈ। ਕਿਉਂਕਿ ਗੁਰੂ ਕਦੀ ਵੀ ਕੱਚਾ ਬਚਨ ਨਹੀਂ ਕਰਦਾ। ਗੁਰੂ ਦੀ ਹਰ ਗੱਲ ਸੱਚੀ ਹੁੰਦੀ ਹੈ ਤੇ ਜਿਹੜਾ ਮੂਰਖ ਬੰਦਾ ਹੈ ਉਹ ਸੱਚੀ ਗੱਲ ਤੇ ਵੀ ਤਰਕ ਕਰ ਦਿੰਦਾ ਹੈ। ਸਾਧ ਸੰਗਤ ਜੀ, ਸ਼ਰਧਾਵਾਨਮ ਲਭਤੇ ਗਿਆਨਮ। ਸ਼ਰਧਾਵਾਨਾਂ ਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਤੇ ਸ਼ੰਕਾਵਾਦੀਆਂ ਨੂੰ ਕੱਖ ਵੀ ਨਹੀਂ ਮਿਲਦਾ। ਮੂਰਖ ਬੰਦੇ ਐਵੇਂ ਟੱਕਰਾਂ ਮਾਰਦੇ ਰਹਿੰਦੇ। ਸੋ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਬਚਨਾਂ ਤੇ ਸਾਨੂੰ ਭਰੋਸਾ ਹੈ। ਬਿਲਕੁਲ ਇਹੀ ਗੱਲ ਹੈ, ਘੋੜਾ ਆਪਣੇ ਸਾਥੀ ਤੋਂ ਵਿਛੜ ਕੇ ਦੁਖੀ ਹੈ। ਅਬ ਕਰ ਫੇਰ ਧੀਰ ਕਹੋ ਦੈ ਹੋ। ਹੁਣ ਮਹਾਰਾਜ ਆਪ ਇਹਦੀ ਪਿੱਠ ਤੇ ਹੱਥ ਫੇਰੋ, ਇਹਦੀ ਗਰਦਨ ਤੇ ਹੱਥ ਫੇਰੋ, ਇਹਨੂੰ ਥਾਪੀ ਦਿਓ। ਤੁਸੀਂ ਇਹਨੂੰ ਥਾਪੀ ਦਿਓਗੇ, ਹੌਸਲਾ ਦਿਓਗੇ, ਇਹਦਾ ਮਨ ਟਿਕ ਜਾਏਗਾ। ਮਨ ਇਸ ਕੋ ਥਿਰ ਭਲੇ ਕਰੈ ਹੋ। ਆਪ ਸਮਰੱਥ ਹੋ ਸਤਿਗੁਰੂ, ਕਿਰਪਾ ਕਰੋ ਇਹਦੇ ਮਨ ਨੂੰ ਹੌਸਲਾ ਦੇ ਕੇ, ਧੀਰਜ ਦੇ ਕੇ ਟਿਕਾ ਦਿਓ। ਤਬ ਸਤਿਗੁਰ ਨਿਜ ਪੰਕਜ ਹਾਥ। ਭਾਈ ਜੋਧ ਰਾਏ ਦੀ ਬੇਨਤੀ ਸੁਣ ਕੇ ਮਹਾਰਾਜ ਅੱਗੇ ਵਧੇ ਨੇ। ਆਪਣਾ ਪਵਿੱਤਰ ਹੱਥ ਸੋਹਣਾ ਕਰ ਕਮਲ ਫੇਰਨ ਕੀਨ ਦਿਲਾਸੇ ਸਾਥ। ਮਹਾਰਾਜ ਨੇ ਘੋੜੇ ਦੀ ਗਰਦਨ ਤੇ ਪਿੱਠ ਦੇ ਉੱਤੇ ਫੇਰਿਆ ਤੇ ਨਾਲ ਦਿਲਾਸਾ ਦਿੱਤਾ, ਘੋੜੇ ਨੂੰ ਪੁਚਕਾਰਿਆ ਹੈ। ਬਦਨ ਬਿਲੋਚਨ ਪੀਠ ਉਦਾਰਾ। ਮਹਾਰਾਜ ਨੇ ਘੋੜੇ ਦੀਆਂ ਅੱਖਾਂ ਤੇ, ਉਹਦੀ ਪਿੱਠ ਤੇ, ਉਹਦੇ ਗਰਦਨ ਤੇ ਪਿਆਰ ਨਾਲ ਪੋਲੇ ਪੋਲੇ ਹੱਥ ਫੇਰ ਕੇ ਥਾਪੀ ਦਿੱਤੀ ਹੈ। ਧਰ ਕਰ ਕੋ ਰੁਚਿਰ ਉਚਾਰਾ। ਤੇ ਮਹਾਰਾਜ ਕਿੰਨਾ ਹੀ ਚਿਰ ਆਪਣਾ ਹੱਥ ਉਹਦੀ ਪਿੱਠ ਤੇ ਰੱਖਿਆ। ਘੋੜਾ ਮਹਿਸੂਸ ਕਰਦਾ ਵੀ ਮੈਨੂੰ ਕੋਈ ਪਿਆਰ ਕਰ ਰਿਹਾ। ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਘੋੜੇ ਦੇ ਕੋਲ ਖੜੇ ਤੇ ਪੁਚਕਾਰਦੇ ਹੋਏ ਬੋਲੇ ਨੇ, ਨਾਮ ਜਾਨ ਭਾਈ ਕਹਿ ਕਰਕੇ। ਮਹਾਰਾਜ ਉਸ ਘੋੜੇ ਦਾ ਨਾਮ ਜਾਨ ਭਾਈ ਰੱਖਿਆ। ਮਹਾਰਾਜ ਕਹਿੰਦੇ ਜਾਨ ਭਾਈ ਕਰਕੇ। ਤ੍ਰਿਣ ਦਾਨਾ ਅਜਬ
ਹੋ ਹਿਤ ਧਰਕੈ। ਮਹਾਰਾਜ ਕਹਿੰਦੇ ਭਾਈ ਜਾਨ ਭਾਈ, ਉਹਦਾ ਦਿਲਬਾਗ ਦਾ ਨਾਂ ਰੱਖਿਆ ਜਾਨ ਭਾਈ, ਤੇ ਬਾਅਦ ਵਿੱਚ ਗੁਲਬਾਗ ਨੂੰ ਲਿਆਂਦਾ ਸੀ, ਉਹਦਾ ਨਾਮ ਮਹਾਰਾਜ ਨੇ ਰੱਖਿਆ ਸੀ ਸੁਹੇਲਾ। ਤੋਂ ਪਹਿਲੇ ਨਾਂ ਸੀ ਦਿਲਬਾਗ ਗੁਲਬਾਗ, ਜਿਹੜੇ ਬਾਦਸ਼ਾਹ ਨੇ ਰੱਖੇ ਹੋਏ ਸਨ। ਗੁਰੂ ਜੀ ਨੇ ਨਾਮ ਬਦਲ ਕੇ ਇੱਕ ਦਾ ਨਾਂ ਜਾਨ ਭਾਈ। ਜਾਨ ਭਾਈ ਦਾ ਮਤਲਬ ਹੁੰਦਾ ਵੀ ਆਪਣੀ ਜਾਨ ਦਾ ਭਰਾ। ਜਿੰਨਾ ਜਾਨ ਆਪਣੀ ਪਿਆਰੀ ਹੁੰਦੀ ਹੈ ਨਾ, ਇੰਨਾ ਘੋੜਾ ਆਪਣੇ ਸਵਾਰ ਨਾਲ ਪ੍ਰੇਮ ਕਰਦਾ, ਭਰਾ ਹੁੰਦਾ ਏ। ਜਿਹੜੇ ਗੁਰੂ ਕੇ ਸਿੰਘ ਹਨ, ਫੌਜਾਂ ਹਨ, ਬੁੱਢੇ ਦਲ ਵਿੱਚ, ਤਰਨੇ ਦਲ ਵਿੱਚ ਅਜੇ ਵੀ ਘੋੜੇ ਰੱਖਦੇ। ਜਿਹੜੇ ਗੁਰੂ ਦੇ ਪਿਆਰ ਵਾਲੇ ਸਿੰਘ, ਉਹ ਘੋੜੇ ਨੂੰ ਬਹੁਤ ਪਿਆਰ ਕਰਦੇ, ਕਹਿੰਦੇ ਸਾਡਾ ਭਰਾ ਹੈ, ਜਾਨ ਤੋਂ ਵੀ ਪਿਆਰ ਹੈ। ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੀਆਂ ਨਿਸ਼ਾਨੀਆਂ ਹੈ। ਸਤਿਗੁਰੂ ਜੀ ਹੱਥ ਫੇਰ ਕੇ ਕਹਿੰਦੇ ਜਾਨ ਭਾਈ, ਖਾ ਘਾਹ ਪੱਠਾ ਖਾਣਾ ਕਰ। ਗੁਰ ਘਰ ਆਏ ਕਸ਼ਟ ਨਹਿ ਪਾਵੋ। ਤੂੰ ਗੁਰੂ ਘਰ 'ਚ ਆਇਆ ਤੇ ਦੁਖੀ ਨਾ ਹੋ, ਕਸ਼ਟ ਨਾ ਪਾ। ਜੇ ਤੂੰ ਗੁਰੂ ਘਰ 'ਚ ਆ ਗਿਆ ਤੇ ਗੁਰੂ ਦੇ ਲੰਗਰ ਤੇ ਸਾਰੇ ਪ੍ਰਸ਼ਾਦਾ ਛਕਦੇ। ਇੱਥੇ ਤੇ ਕੋਈ ਭੁੱਖਾ ਰਹਿੰਦਾ ਨਹੀਂ, ਇੱਥੇ ਤੇ ਕੋਈ ਦੁਖੀ ਰਹਿੰਦਾ ਨਹੀਂ। ਗੁਰੂ ਨਾਨਕ ਸਭ ਦੇ ਦੁੱਖਾਂ ਨੂੰ ਦੂਰ ਕਰਦਾ। ਤੇ ਤੂੰ ਵੀ ਭਾਈ ਗੁਰੂ ਕਾ ਲੰਗਰ ਸਮਝ ਕੇ ਘਾਹ ਪੱਠਾ ਖਾਣਾ ਕਰ। ਤਨ ਮਨ ਕੀ ਸਭ ਪੀੜ ਮਿਟਾਵੋ। ਇੱਥੇ ਤਨ ਦੀ ਵੀ ਪੀੜ ਮਿਟ ਜਾਂਦੀ, ਇੱਥੇ ਮਨ ਦੀ ਵੀ ਪੀੜ ਮਿਟ ਜਾਂਦੀ। ਦਰਸ਼ਨ ਪਰਸੀਏ ਗੁਰੂ ਕੇ, ਜਨਮ ਮਰਨ ਦੁੱਖ ਜਾਏ। ਇੱਥੇ ਦੇ ਸਾਰੇ ਦੁੱਖ ਦੂਰ ਹੋ ਜਾਂਦੇ। ਤੇ ਤੂੰ ਵੀ ਭਾਈ ਖੁਸ਼ੀ ਦੇ ਨਾਲ ਆਪਣਾ ਘਾਹ ਪੱਠਾ ਦਾਣਾ ਫੱਕਾ ਛਕ। ਜਿਸ ਕੋ ਚਾਹੈ ਆਏ ਸੋ ਜਾਹੈ। ਤੇ ਮਹਾਰਾਜ ਉਸ ਜਾਨ ਭਾਈ ਨੂੰ, ਦਿਲਬਾਗ ਨੂੰ ਕਹਿੰਦੇ ਨੇ, ਜਿਹਨੂੰ ਤੂੰ ਚਾਹੁੰਦਾ ਨਾ ਉਹ ਤੇਰੇ ਕੋਲ ਆ ਜਾਏਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜੇ ਘੋੜੇ ਦਾ ਤੈਨੂੰ ਵਿਛੋੜਾ ਖਾ ਰਿਹਾ, ਆਪਣੇ ਸਾਥੀ ਦਾ, ਆਪਣੇ ਮਿੱਤਰ ਦਾ, ਉਹ ਤੇਰਾ ਸਾਥੀ ਇੱਥੇ ਆ ਜਾਏਗਾ ਤੇਰੇ ਕੋਲ। ਪ੍ਰੇਮੀ ਕੋ ਪ੍ਰਭੂ ਮਿਲਾ ਹੈ। ਕਿਉਂਕਿ ਪ੍ਰਮਾਤਮਾ ਪਿਆਰਿਆਂ ਨੂੰ ਮਿਲਾ ਦਿੰਦਾ ਹੁੰਦਾ। ਜਿਨ੍ਹਾਂ ਦਾ ਰੂਹਾਂ ਦਾ ਪ੍ਰੇਮ ਹੁੰਦਾ, ਵਾਹਿਗੁਰੂ ਉਹਨਾਂ ਰੂਹਾਂ ਨੂੰ ਇਕੱਠਿਆਂ ਕਰ ਦਿੰਦਾ। ਨਾਨਕ ਸਤਿਗੁਰੂ ਤਿਨਾਂ ਮਿਲਾਇਆ, ਜਿਨ੍ਹਾਂ ਤੁਰੇ ਪਿਆ ਸੰਜੋਗ। ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਠ। ਤੋ ਮਹਾਰਾਜ ਪਰਮੇਸ਼ਰ ਵਾਹਿਗੁਰੂ ਕਿਰਪਾ ਕਰਨਗੇ ਤੇ ਤੇਰਾ ਸਾਥੀ ਤੇਰੇ ਕੋਲ ਆ ਕੇ ਤੈਨੂੰ ਮਿਲ ਜਾਏਗਾ। ਸੁਨ ਸਤਿਗੁਰ ਕੇ ਬਾਕ ਸੁਹਾਏ। ਇਹ ਬਚਨ ਗੁਰੂ ਮਹਾਰਾਜ 6ਵੇਂ ਪਾਤਸ਼ਾਹ ਜੀ ਦੇ ਸੁਣ ਕੇ ਘੋੜਾ ਉਰਹਰ ਖਾਏ। ਘੋੜੇ ਨੇ ਫੁਰਕਾਟਾ ਮਾਰਿਆ, ਖੁਸ਼ ਹੋਇਆ, ਖੁਸ਼ ਹੋ ਕੇ ਘਾਹ ਪੱਠਾ ਖਾਣਾ ਸ਼ੁਰੂ ਕਰ ਦਿੱਤਾ। ਇਹਨੂੰ ਕਹਿੰਦੇ ਆ ਸਾਧ ਸੰਗਤ ਜੀ, ਪਸ਼ੂ ਪ੍ਰੇਤ ਮੁਗਧ ਕੋ ਉਤਾਰੇ, ਪਾਹਣ ਪਾਰੇ ਉਤਾਰੇ। ਪੂਰਾ ਗੁਰੂ ਕਿੰਨੀ ਸ਼ਕਤੀ ਦਾ ਮਾਲਕ ਹੈ। ਪੂਰਾ ਗੁਰੂ ਤੇ ਪਸ਼ੂਆਂ ਪੰਛੀਆਂ ਨੂੰ ਵੀ ਗਿਆਨ ਦੇ ਸਕਦਾ। ਮਨੁੱਖ ਤਾਂ ਕੀ ਚੀਜ਼ ਹੈ, ਮਨੁੱਖ ਨੂੰ ਤਾਂ ਗਿਆਨ ਦੇਣਾ ਕੋਈ ਔਖੀ ਗੱਲ ਨਹੀਂ। ਗੁਰੂ ਪੱਥਰਾਂ ਨੂੰ ਵੀ ਗਿਆਨ ਦੇ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕੀਤੀ, ਸਤਿਗੁਰੂ ਦਿਲਾਸਾ ਦਿੱਤਾ। ਘੋੜੇ ਦੀ ਪਿੱਠ ਤੇ ਹੱਥ ਫੇਰ ਕੇ ਕਹਿੰਦੇ ਤੇਰਾ ਸਾਥੀ ਆ ਜਾਏਗਾ ਤੇਰੇ ਕੋਲ। ਤੇ ਉਹਨੂੰ ਉਹ ਗੱਲ ਸਮਝ ਆਈ, ਕਿਉਂਕਿ ਘੋੜੇ ਬੜੇ ਸਿਆਣੇ ਹੁੰਦੇ ਆ, ਸਿਰਫ ਬੋਲ ਨਹੀਂ ਸਕਦੇ, ਗੱਲ ਸਾਰੀ ਸਮਝਦੇ ਆ। ਤੇ ਮਹਾਰਾਜ ਦਾ ਬਚਨ ਸੁਣ ਕੇ ਉਹਨੇ ਘਾਹ ਪੱਠਾ ਖਾਣਾ ਸ਼ੁਰੂ ਕਰ ਦਿੱਤਾ। ਆਗੇ ਪਰੇ ਤ੍ਰਿਣਨ ਮੁਖ ਡਾਰੇ। ਜਿਹੜਾ ਘਾਹ ਅੱਗੇ ਪਿਆ ਸੀ ਬੜਾ ਸੋਹਣਾ ਹਰਾ ਹਰਾ ਸਾਫ ਸੁਥਰਾ, ਸਿੱਖਾਂ ਨੇ ਲਿਆਂਦਾ ਸੀ ਘੋੜੇ ਵਾਸਤੇ। ਉਹ ਘਾਹ ਘੋੜੇ ਨੇ ਖਾਣਾ ਸ਼ੁਰੂ ਕਰ ਦਿੱਤਾ। ਜੋਧ ਆਦ ਤੇ ਸਰਬ ਨਿਹਾਰੇ। ਭਾਈ ਜੋਧ, ਭਾਈ ਜੇਠਾ ਤੇ ਭਾਈ ਰੂਪਾ ਹੋਰ ਸਾਰੇ ਸਿੱਖ ਕੋਲ ਖੜੇ ਦੇਖ ਰਹੇ ਨੇ। ਖਾਣ ਲੱਗਿਓ ਲਖ ਹਿਰਦੇ ਆਨੰਦੇ। ਜਦੋਂ ਘੋੜਾ ਘਾਹ ਪੱਠਾ ਖਾਣ ਲੱਗ ਪਿਆ, ਆਪਣਾ ਦਾਣਾ ਖਾਣ ਲੱਗ ਪਿਆ, ਪਾਣੀ ਪੀਣ ਲੱਗ ਪਿਆ, ਸਾਰੇ ਹੀ ਸਿੱਖ ਖੁਸ਼ ਹੋਏ ਵੀ ਗੁਰੂ ਸਾਹਿਬ ਨੇ ਕਿਰਪਾ ਕਰਤੀ ਹੈ। ਬੜੀ ਚਿੰਤਾ ਵਾਲਾ ਵਿਸ਼ਾ ਸੀ ਵੀ ਜੇ ਘੋੜਾ ਘਾਹ ਪੱਠਾ ਨਹੀਂ ਖਾਏਗਾ ਤੇ ਬਿਮਾਰ ਹੋ ਜਾਏਗਾ ਤੇ ਲਿਆਉਣ ਦਾ ਕੀ ਫਾਇਦਾ। ਇੰਨੀ ਔਖਿਆਈ ਨਾਲ ਭਾਈ ਬਿਧੀ ਚੰਦ ਜੀ ਲੈ ਕੇ ਆਏ ਨੇ ਕਿਲੇ ਵਿੱਚੋਂ, ਤੇ ਜੇ ਇੱਥੇ ਆ ਕੇ ਘੋੜਾ ਰਾਜੀ ਨਾ ਰਿਹਾ ਤੇ ਫਿਰ ਲਿਆਉਣ ਦਾ ਲਾਭ ਕੋਈ ਨਹੀਂ ਹੋਣਾ। ਪਰ ਗੁਰੂ ਨੇ ਕਿਰਪਾ ਕੀਤੀ, ਘੋੜਾ ਗੁਰੂ ਦੇ ਦਿਲਾਸੇ ਨਾਲ ਰਾਜੀ ਹੋ ਗਿਆ। ਧੰਨ ਧੰਨ ਸ੍ਰੀ ਹਰਗੋਬਿੰਦ। ਸਭ ਕਹਿੰਦੇ ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ। ਮੀਰੀਆਂ ਪੀਰੀਆਂ ਦੇ ਮਾਲਕ ਸੱਚੇ ਪਾਤਸ਼ਾਹ ਧੰਨ ਹਨ। ਪੁਨ ਇਕਾਂਤ ਮਹਿ ਬੈਠੇ ਜਾਏ। ਫਿਰ ਸਤਿਗੁਰੂ ਜੀ ਇਕਾਂਤ ਵਿੱਚ ਜਾ ਬੈਠੇ ਹਨ। ਜੋਧ ਰਾਏ ਕੋ ਲੀਨ ਬੁਲਾਏ।
ਜਿੱਥੇ ਇਕੱਲੇ ਜਾ ਕੇ ਬੈਠੇ ਜੋਧ ਰਾਏ ਨੂੰ ਕੋਲ ਬੁਲਾ ਲਿਆ। ਬਿਧੀ ਚੰਦ ਪੁਨ ਨਿਕਟ ਹਕਾਰਾ, ਤੇ ਭਾਈ ਬਿਧੀ ਚੰਦ ਜੀ ਨੂੰ ਕੋਲ ਬੁਲਾਇਆ। ਸਾਦਰ ਕਹਿ ਕਰ ਤਿਹ ਬੈਠਾਰਾ, ਤੇ ਭਾਈ ਬਿਧੀ ਚੰਦ ਜੀ ਵੀ ਕੋਲ ਬੈਠ ਗਏ ਗੁਰੂ ਸਾਹਿਬ ਦੇ ਚਰਨਾਂ ਵਿੱਚ। ਭੋ ਸੁਮਤੇ ਘੋਰਾ ਹਰ ਲਿਆਇਓ, ਤੇ ਮਹਾਰਾਜ ਕਹਿੰਦੇ ਬਹੁਤ ਵੱਡੇ ਕੌਤਕ ਕੀਤੇ ਭਾਈ ਬਿਧੀ ਚੰਦ ਜੀ, ਤੁਸੀਂ ਬੜੇ ਸਮਤਵਾਨ ਬੜੇ ਸਿਆਣੇ ਹੋ। ਜਿਵੇਂ ਸ਼ੇਰ ਦੀ ਜੜ ਚੋਂ ਮਾਸ ਲਿਆਣਾ ਔਖਾ ਹੁੰਦਾ ਹੈ, ਇਵੇਂ ਇਹ ਕੰਮ ਸੀਗਾ ਕਿਲੇ ਚੋਂ ਘੋੜਾ ਕੱਢ ਕੇ ਲਿਆਣਾ ਬਹੁਤ ਹੀ ਔਖਾ ਸੀ। ਤੁਸੀਂ ਲੈ ਆਏ ਹੋ। ਕਰ ਅਚਰਜ ਸਭ ਕੋ ਦਿਖਰਾਇਓ, ਜਿਹੜਾ ਕੰਮ ਹੋ ਨਹੀਂ ਸਕਦਾ, ਜਿਹੜਾ ਹੈਰਾਨੀ ਤੋਂ ਵੀ ਹੈਰਾਨੀ ਵਾਲਾ ਹੈ, ਜਿਹੜਾ ਕੰਮ ਹੈਰਾਨੀ ਨੂੰ ਵੀ ਹੈਰਾਨ ਕਰ ਦਵੇ, ਉਹ ਤੁਸੀਂ ਕੀਤਾ ਹੈ। ਇਹੋ ਪੁਰਸ਼ਾਰਥ ਇੱਕ ਤੁਮ ਮਾਹੀ, ਇਹ ਭਾਈ ਬਿਧੀ ਚੰਦ ਜੀ ਇਹ ਕੰਮ ਸਿਰਫ ਤੁਸੀਂ ਕਰ ਸਕਦੇ ਹੋ। ਜਿਸ ਕਾ ਕਾਜ ਕਿਸੇ ਕੋ ਸਾਜੇ, ਜੇ ਦੂਜਾ ਬੰਦਾ ਕਰੇ ਉਹਦੇ ਕੋਲੋਂ ਨਹੀਂ ਹੁੰਦਾ। ਭਾਈ ਸਾਹਿਬ ਇਹ ਕੰਮ ਸਿਰਫ ਤੁਸੀਂ ਕਰ ਸਕਦੇ ਸੀ, ਹੋਰ ਨਹੀਂ ਕੋਈ ਕਰ ਸਕਦਾ। ਅਪਰ ਨਰਨ ਕਿਸ ਮਹਿ ਅਸ ਨਾਹੀ, ਹੋਰ ਕਿਸੇ 'ਚ ਸਮਰੱਥਾ ਹੀ ਨਹੀਂ ਕੋਈ ਕੰਮ ਕਰ ਦਵੇ। ਏਡਾ ਵੱਡਾ ਕੰਮ ਚੋਰੀਆਂ ਮਾੜੀਆਂ ਮੋਟੀਆਂ ਸੌਖੀਆਂ ਹੁੰਦੀਆਂ ਕਰਨੀਆਂ, ਪਰ ਇਹ ਬਹਾਦਰੀ ਵਾਲਾ ਕੌਤਕ ਸੀ। ਕੋਈ ਚੋਰੀ ਨਹੀਂ ਸੀ। ਦੁਸ਼ਮਣ ਦੀ ਨੱਕ ਥੱਲਿਓਂ ਬਾਦਸ਼ਾਹ ਸ਼ਾਹਜਹਾਨ ਦੇ ਕਿਲੇ ਦੇ ਵਿੱਚੋਂ ਘੋੜਾ, ਉਹ ਵੀ 50 ਫੁੱਟ ਉੱਚੀ ਕੰਧ, ਫਿਰ ਉਹਨੂੰ ਅੱਗੇ ਰਾਵੀ ਦਾ ਪਾਣੀ, ਦਰਵਾਜ਼ੇ ਸਾਰੇ ਬੰਦ, ਪਹਿਰੇ ਲੱਗੇ ਹੋਏ, ਉਹਦੇ ਵਿੱਚੋਂ ਘੋੜਾ ਕੱਢ ਕੇ ਲਿਆਏ ਹੋ ਤੁਸੀਂ। ਹੈ ਦੂਜੇ ਬਿਨ ਭਈ ਅਜੋਗ, ਸਭ ਠੀਕ ਹੈ, ਪਰ ਦੂਜੇ ਘੋੜੇ ਤੋਂ ਬਿਨਾਂ ਔਖਾ ਹੋ ਗਿਆ। ਇੱਕ ਘੋੜਾ ਆਇਆ, ਇੱਕ ਪਿੱਛੇ ਰਹਿ ਗਿਆ ਹੈ। ਮੁਰਝਾਇਓ ਜਨ ਉਪਜੋ ਰੋਗ, ਇਹ ਘੋੜਾ ਆਪਣੇ ਸਾਥੀ ਦੇ ਵਿਛੋੜੇ 'ਚ ਮੁਰਝਾ ਗਿਆ। ਇਹਨੂੰ ਵਿਛੋੜੇ ਦਾ ਦੁੱਖ ਲੱਗ ਗਿਆ, ਰੋਗ ਲੱਗ ਗਿਆ ਹੈ। ਪਰਮ ਦੁਖੀ ਬਨ ਰੋਦਤ ਇਹਾਂ, ਇਹ ਵਿਚਾਰਾ ਇੱਥੇ ਦੁਖੀ ਹੋ ਕੇ ਰੋ ਰਿਹਾ ਹੈ। ਦੂਸਰ ਐਸੋ ਹੋਏ ਹੈ ਤਹਾਂ, ਤੇ ਦੂਜਾ ਘੋੜਾ ਉੱਥੇ ਲਾਹੌਰ ਦੇ ਕਿਲੇ 'ਚ ਇਕੱਲਾ ਰਹਿ ਗਿਆ, ਉਹ ਉੱਥੇ ਰੋਂਦਾ ਹੋਵੇਗਾ, ਉਹ ਵੀ ਉਦਾਸ ਹੋਏਗਾ, ਕਿਉਂਕਿ ਉਹ ਇਹਨੂੰ ਯਾਦ ਕਰਕੇ ਰੋਏਗਾ ਤੇ ਇਹ ਉਹਨੂੰ ਯਾਦ ਕਰਕੇ ਰੋਏਗਾ। ਭਇਓ ਸੰਤਾਪ ਦੋਹਿਨ ਕੇ ਮਨ ਕੋ, ਭਾਈ ਬਿਧੀ ਚੰਦ ਜੀ ਦੋਵਾਂ ਘੋੜਿਆਂ ਦਾ ਮਨ ਦੁਖੀ ਹੈ। ਦੋਵਾਂ ਦੇ ਮਨ ਨੂੰ ਬਿਰਹੇ ਦਾ, ਵਿਛੋੜੇ ਦਾ ਸੰਤਾਪ ਲੱਗ ਗਿਆ ਹੈ। ਰਿਸ਼ਟ ਪੁਸ਼ਟ ਕਿਮ ਹੋਏ ਨਾ ਤਨ ਕੋ, ਇਹ ਹੁਣ ਦੋਵੇਂ ਘੋੜੇ ਜੇ ਇਕੱਠੇ ਨਾ ਹੋਏ, ਇਹ ਆਪਸ 'ਚ ਨਾ ਮਿਲੇ, ਇਹ ਰਾਜੀ ਨਹੀਂ ਹੋਣਗੇ, ਰਿਸ਼ਟ ਪੁਸ਼ਟ ਨਹੀਂ ਹੋਣਗੇ। ਇਹਨਾਂ ਦਾ ਸਰੀਰ ਦਿਨੋਂ ਦਿਨ ਸੁੱਕਦਾ ਜਾਏਗਾ। ਇਹ ਇੱਥੇ ਸੁੱਕੇਗਾ, ਉਹ ਉੱਥੇ ਸੁੱਕੇਗਾ। ਨਾ ਘਾਹ ਪੱਠਾ ਖਾਣਗੇ ਤੇ ਨਾ ਇਹ ਖੁਸ਼ ਹੋਣਗੇ। ਜਿੰਨਾ ਚਿਰ ਮਨ ਖੁਸ਼ ਨਾ ਹੋਵੇ, ਖੁਰਾਕ ਵੀ ਨਹੀਂ ਲੱਗਦੀ। ਖੁਰਾਕ ਬੰਦਾ ਭਾਵੇਂ ਘਿਓ ਦੇ ਪੀਪੇ 'ਚ ਪਾ ਛੱਡੋ ਨਾ, ਜਿੰਨਾ ਚਿਰ ਉਹਦਾ ਮਨ ਨਹੀਂ ਖੁਸ਼ੀ, ਉਹਨੂੰ ਲੱਗਦਾ ਕੁਛ ਨਹੀਂ। ਜਿਹਦਾ ਮਨ ਖੁਸ਼ੀ, ਉਹਨੂੰ ਰੁੱਖੀਆਂ ਰੋਟੀਆਂ ਹੀ ਲੱਗ ਜਾਂਦੀਆਂ, ਸੁੱਕੀਆਂ। ਉਹ 2 ਰੋਟੀਆਂ ਸੁੱਕੀਆਂ ਖਾ ਕੇ ਵੀ ਰਾਜੀ ਹੋ ਜਾਂਦਾ। ਜਿਹਦਾ ਮਨ ਦੁਖੀ ਹੋਵੇ, ਉਹਨੂੰ ਭਾਵੇਂ ਤੁਸੀਂ ਚੂਰੀਆਂ ਕੁੱਟ-ਕੁੱਟ ਕੇ ਖਵਾਈ ਜੋ, ਉਹਨੂੰ ਕੋਈ ਫਰਕ ਨਹੀਂ ਪੈਂਦਾ, ਉਹਨੇ ਖਾਣੀ ਨਹੀਂ ਰੁਚੀ ਨਾਲ। ਸੋ ਘੋੜੇ ਦੋਵੇਂ ਹੁਣ ਦੁਖੀ ਰਹਿਣਗੇ ਤੇ ਇਹਨਾਂ ਦਾ ਸਰੀਰ ਦਿਨੋਂ ਦਿਨ ਕਮਜ਼ੋਰ ਹੋਵੇਗਾ, ਬਿਮਾਰ ਹੋ ਜਾਣਗੇ। ਕਰੋ ਯਤਨ ਦੂਸਰ ਕੋ ਲਿਆਵੋ, ਭਾਈ ਸਾਹਿਬ ਜੀ ਕੋਈ ਯਤਨ ਕਰੋ, ਦੂਜਾ ਘੋੜਾ ਵੀ ਲੈ ਕੇ ਆਓ। ਨਾਹੀਂ ਤਾਂ ਇਸ ਕੋ ਤਾਹੀਂ ਪਚਾਵੋ, ਜਾਂ ਇਹਨੂੰ ਵੀ ਨਹੀਂ ਤਾਂ ਉੱਥੇ ਛੱਡਿਆ। ਆਖੋ ਸ੍ਰੀ ਵਾਹਿਗੁਰੂ। ਜਾਂ ਇਹ ਘੋੜਾ ਉਹ ਘੋੜਾ ਲੈ ਕੇ ਆਓ, ਇਹਨੂੰ ਉਹਦੇ ਨਾਲ ਮਿਲਾਓ, ਉਹਨੂੰ ਇਹਦੇ ਨਾਲ ਮਿਲਾਓ, ਜਾਂ ਇਹਨੂੰ ਵਾਪਸ ਲਾਹੌਰ ਛੱਡ ਆਓ। ਜੋੜੀ ਰਹਿ ਏਕ ਥਲ ਮਿਲੀ, ਕਿਉਂਕਿ ਦੋਵਾਂ ਘੋੜਿਆਂ ਦੀ ਜੋੜੀ ਇੱਕੋ ਥਾਂ ਤੇ ਰਹਿਣੀ ਚਾਹੀਦੀ ਹੈ। ਹਮਰੇ ਉਰ ਭਾਵਤ ਇਮ ਭਲੀ, ਮਹਾਰਾਜ ਕਹਿੰਦੇ ਸਾਡਾ ਮਨ ਇਹ ਚਾਹੁੰਦਾ ਹੈ ਵੀ ਘੋੜੇ ਦੋਵੇਂ ਰਹਿਣ ਤੇ ਇਕੱਠੇ ਹੀ ਰਹਿਣ, ਭਾਵੇਂ ਲਾਹੌਰ ਰਹਿਣ ਭਾਵੇਂ ਇੱਥੇ ਰਹਿਣ, ਸਾਡੇ ਕੋਲ ਰਹਿਣ ਜਾਂ ਬਾਦਸ਼ਾਹ ਕੋਲ ਰਹਿਣ, ਪਰ ਇਹ ਵਿਚਾਰੇ ਵਿਛੋੜੇ ਦਾ ਦੁੱਖ ਨਾ ਸਹਿਣ, ਇਹਨਾਂ ਨੂੰ ਇਹ ਕਸ਼ਟ ਨਾ ਸਹਿਣਾ ਪਵੇ। ਸੁਨਤ ਜੋਧ ਕਹਿ ਲਿਆਵਨ ਠਾਨੋ, ਭਾਈ ਜੋਧ ਰਾਏ ਕੋਲ ਬੈਠੇ, ਕਹਿੰਦੇ ਮਹਾਰਾਜ ਮੰਗਾਣ ਦੀ ਗੱਲ ਕਰੋ, ਇਹ ਭੇਜਣ ਦੀ ਨਾ ਕਰੋ। ਉਹ ਘੋੜਾ ਜਿਹੜਾ ਉੱਥੇ ਹੈ ਨਾ, ਉਹਨੂੰ ਵੀ ਇੱਥੇ ਲਿਆਈਏ। ਇਹ ਪਹੁੰਚਾਵੋ ਮੁਖ ਨਾ ਬਖਾਨੋ, ਮਹਾਰਾਜ ਇਹਨੂੰ ਵਾਪਸ ਕਰਨ ਦੀ ਗੱਲ ਨਾ ਆਖੋ, ਉਹਨੂੰ ਲਿਆਉਣ ਦੀ ਜ਼ਰੂਰ ਕਰੋ। ਹੈ ਅਤ ਕਠਨ ਹਰਨ ਹੈ ਕੇਰਾ, ਇਹ ਠੀਕ ਹੈ ਵੀ ਕੰਮ ਔਖਾ ਹੈ, ਹੁਣ ਹੋਰ ਔਖਾ ਹੋ ਜਾਣਾ, ਕਿਉਂਕਿ ਇੱਕ ਘੋੜਾ ਉੱਥੋਂ ਨਿਕਲ ਚੁੱਕਾ ਹੈ। ਬੜੀ ਸਖਤੀ ਹੋਣੀ ਹੈ, ਸਾਰੇ ਲਾਹੌਰ ਦੇ ਵਿੱਚ ਖਲਬਲੀ ਮਚੀ ਹੋਣੀ ਹੈ, ਉੱਥੇ ਬੜੇ ਸਖਤ ਪਹਿਰੇ ਹੋਣੇ ਨੇ।
ਹੁਣ ਘੋੜਾ ਕੱਢਣਾ ਔਖਾ ਹੈ, ਪਰ ਭਾਈ ਬਿਧੀ ਚੰਦ ਕਰ ਸਕਦੇ ਨੇ। ਹਾਂਜੀ, ਮੁਸ਼ਕਲ ਤੇ ਮੁਸ਼ਕਲ ਬਹੁਤ ਤੇਰਾ। ਹੁਣ ਮੁਸ਼ਕਲ ਤੋਂ ਵੀ ਮੁਸ਼ਕਲ ਹੈ। ਅੱਗੇ ਤਾਂ ਭਾਈ ਸਾਹਿਬ ਲੈ ਆਏ ਨੇ ਕੰਮ, ਉਹ ਵੀ ਬੜਾ ਮੁਸ਼ਕਲ ਸੀ। ਪਹਿਲਾ ਘੋੜਾ ਲਿਆਣਾ ਸੌਖਾ ਕੰਮ ਨਹੀਂ ਸੀ, ਪਰ ਦੂਜਾ 100 ਗੁਣਾ ਜ਼ਿਆਦਾ ਔਖਾ ਹੋ ਗਿਆ। ਕਿਉਂ? ਹੁਣ ਉਹ ਸਚੇਤ ਹੋ ਗਏ ਨੇ, ਸਾਵਧਾਨ ਹੋ ਗਏ ਨੇ। ਉਹਨਾਂ ਨੂੰ ਇਹ ਪਤਾ ਲੱਗ ਗਿਆ ਵੀ ਘੋੜਾ ਕੱਢਿਆ ਤੇ ਦੂਜਾ ਕੌਣ ਕੋਈ ਹੋਰ ਨਾ ਲੈ ਜਾਵੇ ਕੱਢ ਕੇ। ਹੁਣ ਸਖਤੀ ਬਹੁਤ ਕਰਨਗੇ। ਆਪ ਕੀ ਕਰਨਾ ਪਾਏ। ਫਿਰ ਵੀ ਮਹਾਰਾਜ ਤੁਹਾਡੀ ਕਿਰਪਾ ਹੋ ਜਾਏ ਨਾ ਤੇ ਕੋਈ ਕੰਮ ਔਖਾ ਨਹੀਂ। ਤੁਹਾਡੀ ਕਿਰਪਾ ਨਾਲ ਸਤਿਗੁਰੂ ਜੀ ਔਖਾ ਨਹੀਂ ਕੋਈ ਕੰਮ। ਜੇ ਤੁਸੀਂ ਮਿਹਰ ਕਰ ਦਿਓਗੇ ਤੇ ਬਿਧੀ ਚੰਦ ਦੂਜਾ ਵੀ ਲੈ ਆਵੇਗਾ। ਹਾਂਜੀ, ਭਾਈ ਬਿਧੀ ਚੰਦ ਜੀ ਪਹਿਲਾ ਘੋੜਾ ਬੁੱਧੀ ਦੇ ਨਾਲ, ਸ਼ਕਤੀ ਦੇ ਨਾਲ, ਜੁਗਤੀ ਦੇ ਨਾਲ ਲੈ ਆਏ ਨੇ ਤੇ ਦੂਜਾ ਵੀ ਲਿਆਉਣਗੇ। ਹਮਕੋ ਮਹਾ ਚਤੁਰ ਇਹ ਦੀਖਾ। ਜੋਧ ਰਾਏ ਕਹਿੰਦਾ ਵੀ ਭਾਈ ਬਿਧੀ ਚੰਦ ਜੀ ਸਾਨੂੰ ਬਹੁਤ ਚਤੁਰ ਨਜ਼ਰ ਆਏ ਨੇ। ਇਹਨਾਂ ਜਿੰਨਾ ਸਿਆਣਾ, ਇਹਨਾਂ ਜਿੰਨਾ ਬੁੱਧੀਮਾਨ ਬੰਦਾ ਅਸੀਂ ਨਹੀਂ ਤੱਕਿਆ ਸੰਸਾਰ ਦੇ ਵਿੱਚ। ਇੰਨਾ ਦਲੇਰ ਔਰ ਇੰਨਾ ਚਤੁਰ, ਇਹੋ ਜਿਹਾ ਕੰਮ ਕਰ ਦਵੇ ਵੀ ਕੁਝ ਸੋਚ ਵੀ ਨਹੀਂ ਸਕਦਾ ਜਿਹੜਾ ਇਹਨਾਂ ਨੇ ਕੀਤਾ ਹੈ। ਹਾਂਜੀ, ਪਰ ਨਾ ਜਗ ਮਹਿ ਐਸੀ ਸਰੀਖਾ। ਇਹਦੇ ਵਰਗਾ ਬਿਧੀ ਚੰਦ ਵਰਗਾ ਬਹਾਦਰ, ਇਹਦੇ ਵਰਗਾ ਫੁਰਤੀਲਾ ਚਤੁਰ ਬੰਦਾ ਸੰਸਾਰ ਤੇ ਨਹੀਂ ਤੱਕਿਆ ਕਿਤੇ। ਪੂਰਬ ਤੇ ਦੂਸਰ ਹੈ ਲਿਆਵਨ। ਤੇ ਮਹਾਰਾਜ ਪਹਿਲੇ ਘੋੜੇ ਨਾਲੋਂ ਦੂਜਾ ਘੋੜਾ ਲਿਆਣਾ ਅਧਿਕ ਕਠਨ ਤੇ ਕਠਨ ਸੋ ਆਵਨ। 100 ਗੁਣਾ ਔਖਾ ਜੇ, ਕਠਨ ਤੋਂ ਵੀ ਕਠਨ। ਕਿਉਂ? ਪਹਿਲਾਂ ਤੇ ਚਲੋ ਇਹਨਾਂ ਨੇ ਉਹਨਾਂ ਨੂੰ ਜੁਗਤੀ ਨਾਲ ਬੁੱਧੂ ਬਣਾ ਕੇ ਉਹਨਾਂ ਦੇ ਭੇਤ ਪਾ ਕੇ ਲਿਆਂਦਾ, ਸ਼ਰਾਬ ਪਿਆ ਕੇ ਉਹਨਾਂ ਨੂੰ ਬੇਹੋਸ਼ ਕਰਕੇ ਸੁੱਟ ਆਏ। ਹੁਣ ਦੂਜਾ ਘੋੜਾ ਜਦੋਂ ਲੈਣ ਜਾਣਗੇ ਉਹਨਾਂ ਨੇ ਪਛਾਣਨਾ ਵੀ ਹੈ, ਵੇਖਣਾ ਵੀ ਹੈ। ਹੁਣ ਇਹ ਮਹਾਰਾਜ ਔਖਾ ਕੰਮ ਹੈ। ਮੋਹਿ ਨਿਸ਼ਚੈ ਅਸ ਹੋਵਾ। ਪਰ ਫਿਰ ਵੀ ਮੇਰਾ ਵਿਸ਼ਵਾਸ ਇਹ ਕਹਿੰਦਾ, ਮੇਰਾ ਮਨ ਕਹਿੰਦਾ ਤੁਮ ਚਿਤ ਚਾਹੋ ਤਾਂ ਆਵਤ ਜੋਵਾ। ਜੇ ਗੁਰੂ ਸਾਹਿਬ ਤੁਸੀਂ ਮਦਦ ਕਰੋ, ਤੁਸੀਂ ਕਿਰਪਾ ਕਰੋ, ਤੁਸੀਂ ਚਾਹੋ ਤੇ ਦੂਜਾ ਘੋੜਾ ਵੀ ਆਇਆ ਖੜਾ। ਤੁਹਾਡੀ ਕਿਰਪਾ ਨਾਲ ਉਹ ਕੰਮ ਵੀ ਹੋ ਸਕਦੇ ਨੇ ਜਿਹੜੇ ਨਹੀਂ ਹੋ ਸਕਦੇ। ਸੁਣ ਵਿਧੀਏ ਕਰ ਜੋਰ ਬਖਾਨਾ। ਬਾਬਾ ਬਿਧੀ ਚੰਦ ਜੀ ਕੋਲ ਬੈਠੇ ਸਨ, ਹੱਥ ਜੋੜ ਕੇ ਕਹਿਣ ਲੱਗੇ, ਅਪਰ ਨਰਨ ਕੋ ਕਠਨ ਮਹਾਨਾ। ਮਹਾਰਾਜ ਹੋਰ ਲੋਕਾਂ ਵਾਸਤੇ ਇਹ ਕੰਮ ਵਾਕਈ ਔਖਾ ਹੈ। ਤੁਰੰਗ ਸ਼ਾਹ ਕੇ ਅਤ ਤਰਕ ਤਕਰਾਈ। ਬਾਦਸ਼ਾਹ ਦੇ ਘੋੜੇ ਬਹੁਤ ਸਖਤ ਪਹਿਰੇ ਵਿੱਚ ਰਹਿੰਦੇ। ਸੰਮਣ ਬੁਰਜ ਵਿੱਚ ਆਪ ਸੌਂਦਾ ਬਾਦਸ਼ਾਹ। ਜਿਹੜੀ ਤਾਕੀ ਚੋਂ ਉੱਠ ਕੇ ਕਿਲੇ 'ਚ ਨਿਗਾਹ ਮਾਰਦਾ, ਸਭ ਤੋਂ ਪਹਿਲਾਂ ਘੋੜੇ ਦਿਸਦੇ ਉਹਨੂੰ। ਬਾਦਸ਼ਾਹ ਦੀ ਨਿਗਰਾਨੀ ਆਪਣੀ ਵੀ ਹੈ ਤੇ ਸੈਂਕੜੇ ਪਹਿਰੇਦਾਰ, ਸਿਪਾਹੀ, ਵੱਡੇ ਛੋਟੇ, ਨੌਕਰ ਚਾਕਰ ਇਹਨਾਂ ਘੋੜਿਆਂ ਦੀ ਤਕੜਾਈ ਰੱਖਦੇ ਨੇ। ਕਿਲੇ ਦੇ ਉੱਤੋਂ ਚਿੜੀ ਵੀ ਨਹੀਂ ਉੱਡ ਕੇ ਲੰਘ ਸਕਦੀ। ਹਾਂਜੀ, ਸੁਭਟ ਹਜ਼ਾਰ ਹੋ ਸਦਾ ਸਹਾਈ। ਹਜ਼ਾਰਾਂ ਸਿਪਾਹੀ ਸਾਵਧਾਨ ਹੋ ਕੇ ਦਿਨ ਰਾਤ ਪਹਿਰਾ ਦਿੰਦੇ ਹਨ। ਬਹੁਰ ਦੁਰਗ ਮਹਿ ਘੋੜਾ ਖਰਿਓ। ਫਿਰ ਮਹਾਰਾਜ ਘੋੜਾ ਕਿਲੇ ਦੇ ਅੰਦਰ ਖੜਾ ਹੈ। ਅਧਿਕ ਸਭਨ ਸਾਵਧਾਨੀ ਕਰਿਓ। ਤੇ ਸਾਵਧਾਨੀ ਬਹੁਤ ਹੈ, ਪਹਿਰਾ ਬਹੁਤ ਸਖਤ ਹੈ। ਗੁਰ ਪ੍ਰਤਾਪ ਤੇ ਮੈਂ ਨਹਿ ਜਾਨੋ। ਪਰ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਤੁਹਾਡੀ ਕਿਰਪਾ ਨਾਲ, ਤੁਹਾਡੇ ਪ੍ਰਤਾਪ ਨਾਲ ਮੈਂ ਕੁਝ ਵੀ ਨਹੀਂ ਸਮਝਦਾ ਉਹਨਾਂ ਪਹਿਰਿਆਂ ਨੂੰ। ਲੋਹ ਦੁਰਗ ਤੇ ਮੈਂ ਹਰ ਆਨੋ। ਮਹਾਰਾਜ ਭਾਵੇਂ ਲੋਹੇ ਦਾ ਕਿਲਾ ਹੋਵੇ, ਮੈਂ ਉਹਦੇ ਵਿੱਚੋਂ ਵੀ ਕੱਢ ਕੇ ਲਿਆਵਾਂ ਜੇ ਤੁਹਾਡੀ ਕਿਰਪਾ ਹੋਵੇ। ਪ੍ਰਥਮ ਸਭਨ ਕੀ ਅਸਮਤ ਮਾਰੀ। ਪਹਿਲਾਂ ਵੀ ਗੁਰੂ ਨੇ ਇਹੋ ਜਿਹੀ ਮੱਤ ਮਾਰੀ, ਉਹਨਾਂ ਦੀ ਬੁੱਧੀ ਭ੍ਰਿਸ਼ਟ ਕੀਤੀ, ਕਿਸੇ ਨੂੰ ਪਤਾ ਹੀ ਨਹੀਂ ਚੱਲਿਆ ਵੀ ਕੀ ਹੋ ਰਿਹਾ ਉਹਨਾਂ ਦੇ ਨਾਲ। ਲਖੀਨਾ ਕਿਨਹੂ ਛਲ ਕ੍ਰਿਤ ਭਾਰੀ। ਮਹਾਰਾਜ ਕਿਸੇ ਨੂੰ ਵੀ ਇਸ ਕਿਰਤ ਦਾ, ਇਸ ਛਲ ਦਾ ਪਤਾ ਨਹੀਂ ਚੱਲਿਆ। ਸੁਨੋ ਪ੍ਰਭੂ ਕਿਉਂ ਦੈਬੋ ਘੋਰਾ। ਮਹਾਰਾਜ ਇਹ ਤੁਸੀਂ ਕਿਉਂ ਕਹਿੰਦੇ ਹੋ ਵੀ ਘੋੜਾ ਵਾਪਸ ਕਰਿਆ? ਵਾਪਸ ਕਿਉਂ ਦੇਣਾ ਮਹਾਰਾਜ? ਇੰਨੀ ਮਿਹਨਤ ਨਾਲ ਲਿਆਂਦਾ, ਇਹ ਵਾਪਸ ਨਹੀਂ ਕਰਨਾ। ਆਨ ਮਿਲਾਵੋ ਮੈਂ ਇਸ ਜੋਰਾ। ਬਸ ਤੁਸੀਂ ਕਿਰਪਾ ਕਰੋ, ਜਿਵੇਂ ਪਹਿਲਾਂ ਆਪਣੇ ਸੇਵਕ ਦੀ ਲਾਜ ਰੱਖੀ ਹੈ ਹੁਣ ਵੀ ਰੱਖ ਲਓ। ਤੇ ਮੈਂ ਜੋੜੀ ਥੋੜੇ ਦਿਨਾਂ 'ਚ ਇੱਥੇ ਮਿਲਾਵਾਂਗਾ, ਲਾਹੌਰ ਨਹੀਂ। ਦੂਜਾ ਘੋੜਾ ਵੀ ਲੈ ਕੇ ਇੱਥੇ ਆਵਾਂਗਾ ਤੇ ਸਾਹਿਬ ਸੱਚੇ ਪਾਤਸ਼ਾਹ ਤੁਹਾਡੇ ਚਰਨਾਂ 'ਚ ਦੋਵੇਂ ਘੋੜੇ ਜੋੜੀ ਸੇਵਾ ਕਰੇਗੀ। ਆਯੁਧ ਪਾਣੀ ਜੇ ਪਟ ਲਾਖੇ। ਜਿਹੜੇ ਸ਼ਸਤਰਧਾਰੀ, ਹਥਿਆਰਬੰਦ, ਬੰਦੂਕਾਂ ਵਾਲੇ, ਤੀਰਾਂ ਵਾਲੇ ਪਹਿਰੇਦਾਰ ਉੱਥੇ ਹਨ। ਓਏ ਸਾਵਧਾਨ ਬਣੈ ਸਭ ਰਾਖੇ। ਉਹ ਪਹਿਰੇਦਾਰ ਸਾਵਧਾਨ ਹੋ ਕੇ ਪਹਿਰਾ ਦਿੰਦੇ ਕਿਲੇ ਦਾ।
ਐਸੀ ਕਰੋ ਬੰਚਨਾ ਤਿਨ ਕੀ। ਮੈਂ ਉਹਨਾਂ ਨੂੰ ਇਹੋ ਜਿਹਾ ਠੱਗਾਂਗਾ, ਇਹੋ ਜਿਹਾ ਬੁੱਧੂ ਬਣਾਵਾਂਗਾ, ਚਾਹੋ ਸੋ ਲਿਆਵੋ ਅਗਰ ਨਯਨ ਕੀ। ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਲਿਆਵਾਂਗਾ। ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਚਾਹੀਦੀ ਹੈ, ਤੁਸੀਂ ਮਿਹਰ ਕਰਿਆ ਜੇ। ਉਹਨਾਂ ਦੇ ਦੇਖਦਿਆਂ ਦੇਖਦਿਆਂ ਘੋੜਾ ਆਏਗਾ, ਤੁਸੀਂ ਕਿਰਪਾ ਰੱਖਿਆ ਜੇ। ਪ੍ਰਭ ਜੀ ਆਗਿਆ ਦੇਹੋ ਸਿਧਾਵੋ। ਮਹਾਰਾਜ ਆਗਿਆ ਦਿਓ ਤੇ ਮੈਂ ਲਾਹੌਰ ਜਾਵਾਂ, ਲਿਆਏ ਤੁਰਤ ਹੈ ਦਰਸ਼ਨ ਪਾਵਾਂ। ਤੇ ਮਹਾਰਾਜ ਛੇਤੀ ਘੋੜਾ ਲੈ ਕੇ ਆਵਾਂ ਤੇ ਦੁਬਾਰਾ ਆਪ ਜੀ ਦੇ ਦਰਸ਼ਨ ਕਰਾਂ। ਮੁਖ ਮੁਸਕਾਵਤ ਕਹਿਓ ਗੁਸਾਈ। ਮੇਰੇ ਸਤਿਗੁਰੂ ਛੇਵੇਂ ਪਾਤਸ਼ਾਹ ਮੁਸਕਰਾ ਪਏ ਤੇ ਮੁਸਕਰਾ ਕੇ ਕਹਿਣ ਲੱਗੇ, ਗਮਨਹੁ ਵਿਦਿਆ ਗੁਰੂ ਸਹਾਈ। ਜਾਓ ਬਾਬਾ ਵਿਧੀ ਚੰਦ ਜੀ, ਜਾਓ, ਗੁਰੂ ਅੰਗ ਸੰਗ ਹੋਣਗੇ। ਕਰ ਕਾਰਜ ਦੂਰ ਨਹੀਂ ਆਵਹੋ। ਇਹ ਕਾਰਜ ਕਰਕੇ ਛੇਤੀ ਆ ਜਾ ਜੇ। ਬਹੁਰ ਜੰਗ ਕਰ ਤੁਰਕ ਖਪਾਵਹੋ। ਕਿਉਂਕਿ ਜਦੋਂ ਦੂਜਾ ਘੋੜਾ ਲੈ ਕੇ ਆਓਗੇ ਨਾਲ ਹੀ ਜੰਗ ਦੀ ਤਿਆਰੀ ਹੋਣੀ ਹੈ। ਫਿਰ ਆਪਾਂ ਜੰਗ ਵੀ ਲੜਨਾ, ਤੇ ਨਾਲੇ ਬਾਦਸ਼ਾਹ ਨੂੰ ਦੱਸ ਕੇ ਆਇਆ ਜੇ ਵੀ ਕਿੱਥੇ ਗਿਆ ਘੋੜਾ, ਤਾਂ ਕਿ ਇੱਥੇ ਆਉਣ ਸਿੱਧੇ ਤੇ ਆਪਾਂ ਦੋ ਹੱਥ ਕਰੀਏ ਉਹਨਾਂ ਨਾਲ। ਹਾਂਜੀ, ਸੁਣ ਤੇ ਉੱਠਿਓ ਪਗ ਪੰਕਜ ਹਾਥ। ਕਹਿੰਦੇ ਬਾਬਾ ਵਿਧੀ ਚੰਦ ਜੀ ਉੱਠੇ ਤੇ ਦੋਵੇਂ ਚਰਨ ਸੱਚੇ ਪਾਤਸ਼ਾਹ ਦੇ ਹੱਥਾਂ ਨਾਲ ਫੜ ਲਏ, ਧਰ ਕਰ ਪ੍ਰਿਯ ਔਰ ਟੇਕਿਓ ਮਾਥ। ਤੇ ਮਹਾਰਾਜ ਦੇ ਚਰਨਾਂ ਨੂੰ ਚੰਗੀ ਤਰ੍ਹਾਂ ਪਲੋਸਿਆ, ਘੁੱਟਿਆ ਪਿਆਰ ਨਾਲ, ਤੇ ਆਪਣਾ ਮੱਥਾ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੇ ਰੱਖ ਦਿੱਤਾ। ਅਤਿਤ ਸਾਹੋ ਧਾਰ ਪ੍ਰਸਥਾਨਾ। ਗੁਰੂ ਦੇ ਚਰਨਾਂ ਨੂੰ ਹਿਰਦੇ 'ਚ ਵਸਾ ਕੇ, ਪਾਤਸ਼ਾਹ ਦੇ ਚਰਨ ਚੁੰਮ ਕੇ ਬਾਬਾ ਜੀ ਲਾਹੌਰ ਨੂੰ ਚੱਲ ਪਏ। ਅਦਭੁਤ ਕੌਤਕ ਕਰਨ ਮਹਾਨਾ। ਆਹਾ, ਪਹਿਲਾਂ ਵੀ ਕੌਤਕ ਬੜਾ ਅਸਚਰਜ ਸੀ, ਹੁਣ ਉਸ ਤੋਂ ਵੀ ਅਸਚਰਜ ਕੌਤਕ ਕਰਨ ਲਈ ਬਾਬਾ ਜੀ ਲਾਹੌਰ ਨੂੰ ਤੁਰ ਪਏ ਨੇ। ਪ੍ਰਥਮ ਕ੍ਰਿਤ ਹਨੂਮਾਨ ਸਮਾਨਾ। ਪਹਿਲਾ ਕੰਮ ਜਿਹੜਾ ਸੀਗਾ ਉਹ ਹਨੂਮਾਨ ਦੀ ਤਰ੍ਹਾਂ, ਜਿਵੇਂ ਸੀਤਾ ਦੀ ਖਬਰ ਲੈਣ ਹਨੂਮਾਨ ਜੀ ਗਏ ਸਨ, ਪਹਿਲਾ ਉਸ ਤਰ੍ਹਾਂ ਦਾ ਕੰਮ ਸੀ। ਅਧਿਕ ਕਰਨ ਕਹੋ ਅਭੈ ਭਿਆਨਾ। ਹੁਣ ਉਸ ਤੋਂ ਵਾਧਾ ਕਰਨ ਲਈ ਹਨੂਮਾਨ ਜੀ ਖਬਰ ਲੈ ਕੇ ਆਏ ਲੰਕਾ ਤੋਂ। ਇਸੇ ਤਰ੍ਹਾਂ ਬਾਬਾ ਜੀ ਪਹਿਲਾਂ ਘੋੜਾ ਕੱਢ ਕੇ ਲਿਆਏ ਲਾਹੌਰ ਤੋਂ। ਕੰਮ ਔਖਾ ਸੀ, ਪਰ ਜਿਹੜਾ ਦੂਜਾ ਘੋੜਾ ਨਾ, ਉਹਦੇ ਹਨੂਮਾਨ ਜੀ ਨਾਲੋਂ ਵੀ ਔਖਾ ਕੰਮ ਕਰਨ ਚੱਲੇ ਨੇ ਬਾਬਾ ਵਿਧੀ ਚੰਦ ਜੀ। ਜਬ ਬੰਧਨ ਕਰ ਝੁਕਿਓ ਗਾਰੀ। ਆਹ, ਜਦੋਂ ਮੱਥਾ ਟੇਕ ਕੇ ਗੁਰੂ ਨੂੰ ਝੁਕੇ ਹਨ। ਆਪੀ ਦੀਨ ਗੁਰੂ ਬਲ ਭਾਰੀ। ਬਲੀ ਜੋਧੇ ਦਲ ਭੰਜਨ ਗੁਰ ਸੂਰਮਾ, ਬੜ ਜੋਧਾ ਬੋ ਪਰਉਪਕਾਰੀ। ਮੇਰੀ ਪੀਰ ਦੇ ਮਾਲਕ ਨੇ ਪਿੱਠ ਦੇ ਉੱਤੇ ਥਾਪੀ ਦਿੱਤੀ ਹੈ। ਜਿਮ ਚਿਤ ਚਾਹੇ ਕਰਹਿ ਗੋ ਸੋ। ਮਹਾਰਾਜ ਕਹਿੰਦੇ ਵਿਧੀ ਚੰਦ ਜਿਵੇਂ ਚਾਹੇਗਾ ਨਾ ਉਵੇਂ ਹੋ ਜਾਏਗਾ। ਆਹ ਗੁਰੂ ਦੀ ਕਲਾ ਹੈ, ਇਹ ਗੁਰੂ ਦੇ ਬਚਨ ਨੇ। ਇਹ ਨਾ ਬਚਨ ਸਾਧ ਸੰਗਤ ਜੀ, ਇਹਨਾਂ ਬਚਨਾਂ ਦਾ ਕੋਈ ਤੋੜ ਨਹੀਂ, ਇਹਨਾਂ ਦੀ ਕੋਈ ਨਾ ਕੀਮਤ ਹੈ, ਨਾ ਪੈਸੇ ਨਾਲੇ ਬਚਨ ਖਰੀਦੇ ਜਾ ਸਕਦੇ ਆ, ਨਾ ਵੇਚੇ ਜਾ ਸਕਦੇ ਆ, ਨਾ ਇਹ ਕਿਸੇ ਸਿਆਣਪ ਚਤਰਾਈ ਅਕਲ ਦੇ ਨਾਲ ਕੱਟੇ ਜਾ ਸਕਦੇ ਆ। ਇਹਦੇ ਤੇ ਬਸ ਇਹਦਾ ਮੁੱਲ ਬਚਨ ਹੀ ਹੈ, ਹੋਰ ਕੁਛ ਨਹੀਂ। ਤੇ ਮਹਾਰਾਜ ਸਾਹਿਬ ਥਾਪੀ ਦੇ ਕੇ ਕਹਿੰਦੇ ਜੋ ਚਾਹੇਗਾ ਨਾ ਵਿਧੀ ਚੰਦ ਉਹ ਹੋ ਜਾਏਗਾ। ਤੇਰੇ ਰਾਹ 'ਚ ਕੋਈ ਰੋੜਾ ਅਟਕੇਗਾ ਨਹੀਂ, ਜੋ ਤੂੰ ਕਰੇਗਾ ਨਾ ਹੋਵੇਗਾ। ਕੋਈ ਵਿੱਚ ਦਿੱਕਤ ਖੜੀ ਨਹੀਂ ਕਰ ਸਕੇਗਾ, ਕੋਈ ਰੁਕਾਵਟ ਨਹੀਂ ਪਾ ਸਕੇਗਾ। ਵਿਧੀ ਚੰਦ ਤੇਰੀ ਬੁੱਧੀ ਦਾ ਪ੍ਰਭਾਵ ਸਾਰਿਆਂ ਦੀ ਬੁੱਧੀ ਤੇ ਪੈ ਜਾਏਗਾ, ਸਾਰਿਆਂ ਦੀ ਬੁੱਧੀ ਤੇ ਪਰਦਾ ਪਾ ਦੇਗਾ ਤੂੰ। ਮਹਾਰਾਜ ਕਹਿੰਦੇ ਬੰਦੇ ਵਿਚਾਰੇ ਤੇ ਕੀ ਚੀਜ਼ ਨੇ ਧਰਤੀ ਦੇ, ਸਵਰਗ ਦੇ ਦੇਵਤੇ ਵੀ ਤੇਰੀ ਗੱਲ ਨਹੀਂ ਪਛਾਣ ਸਕਣਗੇ, ਕਿਉਂਕਿ ਸਭ ਤੋਂ ਵੱਡੇ ਦੇਵਤੇ ਸਤਿਗੁਰੂ ਨੇ। ਸਭ ਤੇ ਵੱਡ ਸਮਰੱਥ ਗੁਰਦੇਵ, ਸਭ ਤੋਂ ਵੱਡੇ ਸਤਿਗੁਰੂ। ਦੇਵੀ ਦੇਵਤੇ ਤਾਂ ਉਹਨਾਂ ਦੇ ਚਰਨਾਂ ਦੀ ਧੂੜ ਮੰਗਦੇ ਆ। ਤੇ ਮਹਾਰਾਜ ਕਹਿੰਦੇ ਤੇਰੇ ਕੰਮ ਨੂੰ ਤਾਂ ਦੇਵਤੇ ਵੀ ਨਹੀਂ ਰੋਕ ਸਕਣਗੇ, ਬੰਦਾ ਤਾਂ ਕੀ ਚੀਜ਼ ਹੈ, ਫਰਿਸ਼ਤੇ ਵੀ ਤੇਰੇ ਰਾਹ 'ਚ ਨਹੀਂ ਅੜ ਸਕਦੇ। ਮਹਾਰਾਜ ਤੋਂ ਵਰ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਦੀ ਥਾਪੀ ਲੈ ਕੇ ਬਾਬਾ ਵਿਧੀ ਚੰਦ ਸਾਹਿਬ ਜੀ ਲਾਹੌਰ ਨੂੰ ਚੱਲ ਪਏ ਨੇ। ਮਨ ਵਿੱਚ ਕੋਈ ਡਰ ਨਹੀਂ, ਕੋਈ ਸ਼ੰਕਾ ਨਹੀਂ। ਜਿੱਥੋਂ ਕਿਲੇ 'ਚੋਂ ਘੋੜਾ ਕੱਢ ਕੇ ਲਿਆਂਦਾ ਉੱਥੇ ਫਿਰ ਜਾਣਾ। ਸਾਰਾ ਕਿਲੇ ਦੇ ਸਾਰੇ ਕਰਮਚਾਰੀ ਸ਼ਕਲ ਵੀ ਜਾਣਦੇ ਨੇ, ਕੋਲ ਰਹੇ ਨੇ ਕਈ ਮਹੀਨੇ, ਬੋਲੀ ਆਵਾਜ਼ ਵੀ ਪਛਾਣਦੇ ਨੇ, ਸ਼ਕਲ ਜਾਣਦੇ ਨੇ। ਉਹਨਾਂ ਬੰਦਿਆਂ ਕੋਲੋਂ ਦੂਜਾ ਘੋੜਾ ਲਿਆਣਾ ਕਿੱਡੀ ਦਲੇਰੀ ਹੋਵੇਗੀ। ਗੁਰੂ ਦੇ ਸਿੱਖ ਦੇ ਮਨ 'ਚ ਨਿਸ਼ਚਾ ਹੈ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਹਾਂਜੀ, ਇਸ ਪਿੱਛੇ ਸ੍ਰੀ ਸਤਿਗੁਰ ਰਹੇ। ਬਾਬਾ ਜੀ ਚਲੇ ਗਏ ਤੇ ਪਿੱਛੇ ਮਹਾਰਾਜ ਛੇਵੇਂ ਪਾਤਸ਼ਾਹ ਪਿੰਡ ਰੂਪੇ 'ਚ ਟਿਕੇ ਰਹੇ।
ਜੋਧਾ ਜੋਧ ਬਿਨੈ ਬਚ ਕਹੇ। ਗੁਰੂ ਕੀਆਂ ਫੌਜਾਂ ਭਾਈ ਜੋਧ ਰਾਏ ਵਰਗੇ ਕਹਿੰਦੇ ਐ। ਡੇਰਾ ਪਰਿਓ ਭਇਓ ਚਿਰਕਾਲਾ। ਮਹਾਰਾਜ ਇੱਥੇ ਛਾਉਣੀ ਪਾਇਆ ਨੂੰ ਇੱਥੇ ਡੇਰਾ ਪਾਇਆ ਕਈ ਦਿਨ ਹੋ ਗਏ ਨੇ। ਹੋਰ ਕਾਮਨਾ ਹਿਰਦੇ ਵਿਸਾਲਾ। ਮਹਾਰਾਜ ਮੇਰੇ ਮਨ 'ਚ ਬੜੀ ਇੱਛਾ ਹੈ। ਦੀਨ ਕੋ ਸਿਸ ਥਲ ਤੇ ਪੁਰ ਹੈ। ਮੇਰਾ ਪਿੰਡ ਇੱਥੋਂ 3 ਕੋ ਹੈ। ਰੂਪੇ ਭਾਈ ਤੋਂ ਦੀਨਾ ਕਾਂਗੜ ਸਾਧ ਸੰਗਤ ਜੀ 3 ਕੋ ਹੈ, ਯਾਨੀ 6-7 ਕਿਲੋਮੀਟਰ ਲੈ ਲਓ, 8 ਕਿਲੋ ਇੰਨਾ ਕੀ ਹੈ। ਦਾਸ ਨੇ ਦਰਸ਼ਨ ਕੀਤੇ ਸੀ ਅੱਜ ਤੋਂ 10 ਸਾਲ ਪਹਿਲਾਂ, 8 ਸਾਲ ਪਹਿਲਾਂ। ਤੋ ਉਹ ਇਲਾਕੇ ਵਿੱਚ ਕਈ ਵਾਰੀ ਗਏ ਆ। ਇੰਨਾ ਕੀ ਆ ਵੀ 8-10 ਕਿਲੋਮੀਟਰ ਸਾਰਾ ਉਹ ਕਈ ਪਿੰਡ ਹਨ। ਇਤਿਹਾਸੀ ਦਿਆਲਪੁਰਾ ਭਾਈ ਕਾ, ਜਿੱਥੇ ਮਹਾਰਾਜ ਨੇ ਜਫਰਨਾਮਾ ਲਿਖਿਆ। ਦੀਨਾ ਕਾਂਗੜ ਭਗਤਾ ਭਾਈ ਕਾ, ਮਿਰਜੇ ਕਾ ਦਿਆਲਪੁਰ। ਇਸੇ ਤਰ੍ਹਾਂ ਸਾਧ ਸੰਗਤ ਜੀ ਰੂਪਾ ਭਾਈ ਕਾ। ਭਾਈ ਸਾਹਿਬ ਰੂਪੇ ਦੇ ਪਿੰਡ, ਰੂਪੇ 'ਚ ਮਹਾਰਾਜ ਠਹਿਰੇ ਹੋਏ ਨੇ। ਤੇ ਰੂਪੇ ਪਿੰਡ ਤੋਂ ਭਾਈ ਜੋਧ ਰਾਏ ਕਹਿੰਦਾ ਮੇਰੇ ਪਿੰਡ ਚੱਲ ਕੇ ਚਰਨ ਪਾਓ। ਤੁਮਰੇ ਸੇਵਕ ਕੋ ਘਰ ਹੈ। ਮਹਾਰਾਜ ਆਪ ਜੀ ਦੇ ਸੇਵਾਦਾਰ ਦਾ, ਦਾਸ ਦਾ ਉੱਥੇ ਘਰ ਹੈ। ਕਰਨਾ ਕਰੋ ਚਰਨ ਨਿਜ ਪਾਵੋ। ਕਿਰਪਾ ਕਰੋ ਮੇਰੇ ਪਿੰਡ ਵੀ ਚਰਨ ਪਾ ਦਿਓ ਸਤਿਗੁਰੂ ਜੀ। ਪਾਵਨ ਹੋਏ ਮੋਹਿ ਮਨ ਭਾਵੋ। ਮੇਰਾ ਘਰ, ਮੇਰਾ ਪਿੰਡ ਪਵਿੱਤਰ ਹੋ ਜਾਏਗਾ ਜੇ ਆਪ ਜੀ ਦੇ ਚਰਨ ਪੈ ਜਾਣਗੇ। ਦੇਹੋ ਦਾਸ ਕੋ ਚਲ ਵਡਿਆਈ। ਚੱਲ ਕੇ ਦਾਸ ਨੂੰ ਮਾਣ ਬਖਸ਼ੋ। ਤਹਾਂ ਕਰੋ ਕੁਛ ਦਿਵਸ ਬਿਤਾਈ। ਕੁਝ ਦਿਨ ਮਹਾਰਾਜ ਸਾਡੇ ਪਿੰਡ ਵਿੱਚ ਗੁਜ਼ਾਰੋ। ਆਗੇ ਕਹਿਤ ਰਹਿਓ ਬਹੁ ਬਾਰੀ। ਅੱਗੇ ਕਈ ਵਾਰੀ ਭਾਈ ਜੋਧ ਰਾਏ ਇਸ ਤਰ੍ਹਾਂ ਦੀ ਬੇਨਤੀ ਕਰ ਚੁੱਕਾ ਸੀ। ਦੇਖ ਭਾਓ ਬਹੁ ਕੀਨਸ ਤਿਆਰੀ। ਉਹਦੀ ਭਾਵਨਾ ਦੇਖ ਕੇ 6ਵੇਂ ਪਾਤਸ਼ਾਹ ਰੂਪੇ ਪਿੰਡ ਤੋਂ ਤਿਆਰੀ ਕਰ ਲਈ। ਸਾਧੂ ਰੂਪ ਚੰਦ ਤਬ ਜਾਨੀ। ਜਦੋਂ ਭਾਈ ਸਾਧੂ ਨੂੰ, ਭਾਈ ਰੂਪੇ ਨੂੰ ਪਤਾ ਲੱਗਾ, ਆਏ ਜੋਰ ਕਰ ਗਿਰਾ ਬਖਾਨੀ। ਦੋਵੇਂ ਪਿਓ ਪੁੱਤਰ ਆ ਕੇ ਹੱਥ ਜੋੜ ਕੇ ਬੇਨਤੀ ਕਰਨ ਲੱਗੇ। ਵੀ ਰਾਵਰ ਸਾਥ ਸਿਧਰ ਹੈ। ਮਹਾਰਾਜ ਸਾਨੂੰ ਵੀ ਨਾਲ ਲੈ ਚੱਲੋ, ਅਸੀਂ ਵੀ ਤੁਹਾਡੇ ਨਾਲ ਹੀ ਜਾਵਾਂਗੇ। ਗਨ ਸੇਵਕ ਸਮ ਸੇਵਾ ਕਰ ਹੈ। ਮਹਾਰਾਜ ਅਸੀਂ ਸੇਵਾ ਕਰਾਂਗੇ ਉੱਥੇ ਵੀ ਆਪ ਜੀ ਦੇ ਚਰਨਾਂ ਦੀ। ਦਰਸ਼ਨ ਕਰਤ ਰਹਿ ਆਨੰਦ ਹੈ। ਦਰਸ਼ਨ ਕਰਕੇ ਆਨੰਦ ਮਾਣਾਂਗੇ। ਹੋਏ ਜਨਮ ਨਰ ਸਫਲ ਬਿਲੰਦ ਹੈ। ਮਨੁੱਖਾ ਜਨਮ ਸਫਲ ਕਰਾਂਗੇ। ਵਿਚਰਨ ਨਹਿ ਮਨ ਭਾਏ ਹਮਾਰੇ। ਪਾਤਸ਼ਾਹ ਸਾਨੂੰ ਤੁਹਾਡਾ ਵਿਛੋੜਾ ਚੰਗਾ ਨਹੀਂ ਲੱਗਦਾ। ਰਾਵਰ ਸੰਗ ਸਦਾ ਸੁਖ ਭਾਰੇ। ਤੁਹਾਡੇ ਚਰਨਾਂ 'ਚ ਬੜੀਆਂ ਮੌਜਾਂ ਨੇ, ਬੜੇ ਸੁੱਖ ਨੇ ਪਾਤਸ਼ਾਹ ਜੀ। ਸ੍ਰੀ ਸਤਿਗੁਰ ਕਹਿ ਧੀਰਜ ਦੀਨਾ। ਮਹਾਰਾਜ ਨੇ ਰੂਪੇ ਤੇ ਸਾਧੂ ਨੂੰ ਹੌਸਲਾ ਦਿੱਤਾ। ਮੇਰੋ ਸੰਗ ਸਦਾ ਤੁਮ ਲੀਨਾ। ਮਹਾਰਾਜ ਕਹਿੰਦੇ ਭਾਈ ਸਿੱਖੋ ਤੁਸੀਂ ਸਦਾ ਹੀ ਮੇਰੇ ਨਾਲ, ਮੈਂ ਤੁਹਾਡੇ ਤੋਂ ਦੂਰ ਨਹੀਂ, ਤੁਸੀਂ ਮੇਰੇ ਤੋਂ ਦੂਰ ਨਹੀਂ। ਅਬ ਤੁਮ ਕਹਿਓ ਮਾਨਪੁਰ ਵਾਸ ਹੋ। ਹੁਣ ਸਾਡਾ ਕਹਿਣਾ ਮੰਨ ਕੇ ਇੱਥੇ ਹੀ ਰਵੋ। ਕਰੋ ਦੇਗ ਨਿਤ ਜਗਤ ਪ੍ਰਕਾਸ਼ ਹੋ। ਤੁਹਾਡੀ ਸੇਵਾ ਲੱਗੀ ਲੰਗਰ ਚਲਾਉਣ ਦੀ ਇਸ ਪਿੰਡ ਵਿੱਚ, ਤੁਸੀਂ ਇੱਥੇ ਰਹਿ ਕੇ ਲੰਗਰ ਚਲਾਓ, ਗੁਰੂ ਕੀ ਦੇਗ ਚਲਾਓ। ਕਹਿਓ ਤੁਮਾਰੋ ਹੋਵੇ ਸਾਚਾ। ਤੁਹਾਡੇ ਰਸਨਾ ਦੇ ਬੋਲ ਪੂਰੇ ਹੋਣਗੇ। ਜੋ ਕਿਸੇ ਨੂੰ ਵਰ ਦਿਓਗੇ ਵਰ ਪੂਰਾ ਹੋਵੇਗਾ, ਜੇ ਸ਼ਰਾਪ ਦੇਤਾ ਸ਼ਰਾਪ ਵੀ ਪੂਰਾ ਹੋਵੇਗਾ। ਤੁਹਾਡੇ ਬੋਲ ਜਿੱਥੇ ਚੱਲਣਗੇ ਤੀਰ ਦੀ ਤਰ੍ਹਾਂ ਜਾਣਗੇ, ਤਲਵਾਰ ਦੀ ਤਰ੍ਹਾਂ ਕੱਟਣਗੇ। ਬਸ ਮੈਂ ਰੱਖੋ ਆਪਣੋ ਬਾਚਾ। ਪਰ ਇੱਕ ਗੱਲ ਹੈ, ਆਪਣੀ ਜ਼ੁਬਾਨ ਤੇ ਕਾਬੂ ਰੱਖਿਆ ਜੇ। ਐਵੇਂ ਛੋਟੀ ਜੀ ਗੱਲ ਤੇ ਕਿਸੇ ਨੂੰ ਵਰ ਨਾ ਦਿਆ ਜੇ, ਐਵੇਂ ਛੋਟੀ ਜੀ ਗੱਲ ਤੇ ਸ਼ਰਾਪ ਨਾ ਦਿਆ ਜੇ। ਵਿਵੇਕ ਰੱਖਿਆ ਜੇ। ਬਚਨ ਤੁਹਾਡਾ ਪੂਰਾ ਹੋ ਜਾਣਾ, ਬੋਲਣ ਤੋਂ ਪਹਿਲਾਂ ਸੋਚ ਲਿਆ ਜੇ। ਹਾਂਜੀ, ਜੇਨ ਕੇਨ ਥਲ ਕਹੀਐ ਨਾਹੀ। ਐਵੇਂ ਥਾਂ ਥਾਂ ਤੇ ਕੋਈ ਬਚਨ ਨਹੀਂ ਕਰਨਾ, ਥਾਂ ਥਾਂ ਤੇ ਵਰ ਨਹੀਂ ਦੇਣਾ, ਥਾਂ ਥਾਂ ਤੇ ਸ਼ਰਾਪ ਨਹੀਂ ਦੇਣਾ। ਕੋਈ ਵੀ ਗੱਲ ਕਰਨੀ ਸੋਚ ਕੇ ਕਰਨੀ। ਜੋ ਤੁਸੀਂ ਬੋਲੋਗੇ ਪਿਓ ਪੁੱਤਰ ਉਹ ਪੂਰੀ ਹੋ ਜਾਏਗੀ। ਹਾਂਜੀ, ਨਿਸ਼ਚੈ ਠਾਨੋ ਮਨ ਮਾਹੀ। ਏਦਾਂ ਨਿਸ਼ਚਾ ਕਰ ਲਓ ਸਾਧ ਸੰਗਤ ਜੀ। ਨਾਮ ਜਪਣ ਵਾਲੀ ਜਿਹੜੀ ਰੂਹ ਹੁੰਦੀ ਯਾਰ, ਗੁਰੂ ਦੀ ਕਿਰਪਾ ਹੋ ਜਾਂਦੀ, ਅਵਸਥਾ ਬਣ ਜਾਂਦੀ ਹੈ। ਜੋ ਮੂੰਹ ਤੋਂ ਨਿਕਲ ਜੇ ਉਹ ਪੂਰਾ ਹੋ ਜਾਂਦਾ। ਸੋ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਬੋਲ ਉਹ ਬੋਲਣਾ ਜਿਹੜਾ ਜ਼ਰੂਰੀ ਹੈ, ਫਾਲਤੂ ਨਹੀਂ ਬੋਲਣਾ। ਕਿਤੇ ਕਿਸੇ ਦਾ ਨੁਕਸਾਨ ਹੋ ਜਾਏ, ਕਿਸੇ ਨੂੰ ਤੁਸੀਂ ਕੋਈ ਬਿਨਾਂ ਮਤਲਬ ਦੇ ਕਿਸੇ ਨੂੰ ਵਰ ਦੇ ਦਿਓ, ਬਿਨਾਂ ਮਤਲਬ ਦੇ ਸ਼ਰਾਪ ਦੇ ਦਿਓ। ਆਪਣੀ ਜ਼ੁਬਾਨ ਤੇ ਕੰਟਰੋਲ ਰੱਖਿਆ ਜੇ। ਆਪਣੇ ਗ੍ਰਾਮ ਕੀਜੇ ਵਾਸਾ। ਇਹ ਪਿੰਡ ਰੂਪਾ ਤੁਹਾਨੂੰ ਵਸਾ ਕੇ ਦਿੱਤਾ, ਇੱਥੇ ਵਸੋ। ਹੋਏ ਹੈ ਦੀਰਘ ਵੰਸ਼ ਪ੍ਰਕਾਸ਼ਾ। ਤੁਹਾਡਾ ਵੰਸ਼ ਬਹੁਤ ਵੱਡਾ ਵਧੇਗਾ, ਪਰਿਵਾਰ ਅੱਗੇ ਚੱਲੇਗਾ। ਬਿਦਤ ਹੈ ਜਗ ਮਹਿ ਬਹੁ ਵਡਿਆਈ। ਬੜੀ ਵਡਿਆਈ ਹੋਵੇਗੀ ਭਾਈ ਰੂਪੇ ਦੇ ਪਰਿਵਾਰ ਦੀ। ਪਲਤ ਪਲਤ ਲਿਓ ਸੁਖ ਸਮਦਾਈ। ਲੋਕ ਤੇ ਪਰਲੋਕ ਦੇ ਸਾਰੇ ਹੀ ਸੁੱਖ ਮਿਲਣਗੇ। ਕਈ ਰੀਤ ਕੇ ਚਲਤ ਹਮਾਰੇ। ਸਾਡੇ ਕਈ ਤਰ੍ਹਾਂ ਦੇ ਕੌਤਕ ਨੇ। ਮਾਰੇ 6ਵੇਂ ਪਾਤਸ਼ਾਹ ਕਹਿੰਦੇ ਹਨ, ਕਰਬੇ ਜੰਗ ਅਨੇਕ ਪ੍ਰਕਾਰੇ। ਉਹ ਅਸੀਂ ਕਰਨੇ ਨੇ। ਹੁਣ ਅਸੀਂ ਜੰਗ ਕਰਨੇ ਨੇ, ਸਿੱਧੀ ਜੀ ਗੱਲ ਹੈ ਵੀ ਹੁਣ ਆਉਣ ਵਾਲੇ ਦਿਨਾਂ ਦੇ ਅਸੀਂ ਗ੍ਰਸਤੀ ਸਿੱਖਾਂ ਤੋਂ ਥੋੜ੍ਹੇ ਦੂਰ ਰਹਿਣਾ। ਗੁਰਸਿੱਖ ਜਿਹੜੇ ਵਿਚਾਰੇ ਘਰਾਂ 'ਚ ਕੰਮਕਾਰ ਕਰਨ ਵਾਲੇ, ਬੀਬੀਆਂ ਬੱਚੇ ਪਰਿਵਾਰਾਂ ਵਾਲੇ, ਉਹਨਾਂ ਨੂੰ ਤੰਗੀ ਨਾ ਆਵੇ।
ਅਸੀਂ ਖੰਡਾ ਖੜਕਾਣਾ ਤੇ ਪਰਿਵਾਰਾਂ ਵਾਲਿਆਂ ਨੂੰ ਅਸੀਂ ਦਿੱਕਤ ਨਹੀਂ ਆਉਣ ਦੇਣੀ। ਤੁਹਾਨੂੰ ਇੱਥੇ ਰੱਖਣਾ ਤੇ ਆਪ ਮੈਦਾਨੇ ਜੰਗ 'ਚ ਜਾਣਾ। ਅਸੀਂ ਤੁਰਕ ਸੰਗ ਸੰਗਰਾਮ ਹਮਾਰਾ, ਸਾਡਾ ਤੁਰਕ ਦੇ ਨਾਲ ਯੁੱਧ ਹੋਣਾ, ਸ਼ਾਹਜਹਾਨ ਦੇ ਨਾਲ। ਵਜਹ ਲੋਹ ਪਰ ਲੋਹ ਕਰਾਰਾ, ਲੋਹੇ ਤੇ ਲੋਹਾ ਖੜਕਣਾ, ਬਹੁਤ ਘਮਸਾਨ ਦਾ ਯੁੱਧ ਮਚਣਾ। ਸ਼ੁਭ ਸੰਤਨ ਕੀ ਰੀਤ ਤੁਮਾਰੀ, ਤੁਸੀਂ ਸੰਤ ਹੋ, ਤੁਹਾਡੀ ਸੰਤਾਂ ਵਾਲੀ ਰੀਤੀ ਹੈ ਤੇ ਤੁਸੀਂ ਸਾਧੂਆਂ ਵਾਲਾ ਲੰਗਰ ਚਲਾਓ ਤੇ ਨਾਮ ਜਪੋ। ਸੇਵੋ ਦੇਗ ਸਕਲ ਨਰ ਨਾਰੀ, ਤੁਹਾਡਾ ਪਰਿਵਾਰ ਦੇਗ ਦੀ ਸੇਵਾ ਕਰੇ, ਲੰਗਰ ਦੀ ਸੇਵਾ ਕਰੇ। ਯੁੱਧ ਕਰਨ ਵਾਲੇ ਸਾਡੇ ਨਾਲ ਹੋਰ ਸੂਰਮੇ ਹਨ। ਸੁਨ ਗੁਰ ਆਗਿਆ ਹਿਰਦੇ ਆਨੰਦੇ, ਇਸ ਤਰ੍ਹਾਂ ਮਹਾਰਾਜ ਦੀ ਆਗਿਆ ਪਾ ਕੇ ਭਾਈ ਸਾਧੂ ਤੇ ਭਾਈ ਰੂਪਾ ਪਿਓ ਪੁੱਤਰ ਬੜੇ ਖੁਸ਼ ਹੋਏ। ਹਾਥ ਜੋੜ ਪਦ ਪੁਨ ਪੁਨ ਬੰਦੇ, ਹੱਥ ਜੋੜ ਕੇ ਚਰਨਾਂ ਤੇ ਮੱਥਾ ਟੇਕਿਆ। ਸਾਧ ਸੰਗਤ ਜੀ, ਅੱਗੇ ਕਥਾ ਆਪਾਂ ਸਰਵਣ ਕਰਾਂਗੇ।